नेशनल खबर, सब पर नजर। ਨਮਸਕਾਰ ਦਰਸ਼ਕੋ, ਸਵਾਗਤ ਹੈ ਆਪ ਦਾ ਨੈਸ਼ਨਲ ਖਬਰ ਦੇ ਇਸ ਹੈਲਥ ਸੈਗਮੈਂਟ ਪ੍ਰੋਗਰਾਮ 'ਚ। ਆਪ ਦੇ ਨਾਲ ਮੈਂ ਹਾਂ ਸੁਰਭੀ ਤੇ ਅੱਜ ਅਸੀਂ ਪਹੁੰਚੇ ਹਾਂ ਅਪਰੋਪਰੀਏਟ ਡਾਈਟ ਥੈਰੇਪੀ ਸੈਂਟਰ 'ਚ ਤੇ ਅੱਜ ਦਾ ਸਾਡਾ ਵਿਸ਼ਾ ਹੈ ਡਾਇਬੀਟੀਜ਼ ਦਾ ਭਾਂਡਾ ਤੋੜ। ਜੀ ਹਾਂ, ਬਿਲਕੁਲ ਸਹੀ ਸੁਣਿਆ ਆਪਨੇ। ਅਕਸਰ ਅਸੀਂ ਸੁਣਿਆ ਹੈ ਕਿ ਲੋਕਾਂ ਨੂੰ ਇਹ ਸ਼ਿਕਾਇਤਾਂ ਹੁੰਦੀਆਂ ਨੇ ਕਿ ਉਹਨਾਂ ਨੂੰ ਡਾਇਬੀਟੀਜ਼ ਹੈ ਵੀ ਕਿ ਨਹੀਂ। ਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਲੋਕ ਗਲਤਫਹਿਮੀ 'ਚ ਗਲਤ ਇਲਾਜ ਕਰਵਾ ਲੈਂਦੇ ਨੇ। ਤਾਂ ਅਜਿਹਾ ਹੀ ਇੱਕ ਮੁੱਦਾ ਅਸੀਂ ਲੈ ਕੇ ਪਹੁੰਚੇ ਹਾਂ ਡਾਕਟਰ ਐਸ ਕੁਮਾਰ ਦੇ ਪਾਸ, ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਇਸ ਟੌਪਿਕ ਤੇ ਕਿ ਲੋਕ ਕਿਵੇਂ ਸਮਝ ਪਾਉਣ ਕਿ ਡਾਇਬੀਟੀਜ਼ ਹੈ ਵੀ ਕਿ ਨਹੀਂ ਤੇ ਪ੍ਰੋਪਰ ਟ੍ਰੀਟਮੈਂਟ ਉਹ ਕਿਵੇਂ ਲੈਣ। ਇਸ ਬਾਰੇ 'ਚ ਅਸੀਂ ਗੱਲ ਕਰਾਂਗੇ ਡਾਕਟਰ ਐਸ ਕੁਮਾਰ ਨਾਲ, ਜੋ ਕਿ ਇੱਕ ਵਿਸ਼ਵ ਵਿਖਿਆਤ ਤੇ ਜਾਣੇ ਪਹਿਚਾਣੇ ਸਾਇੰਟਿਸਟ ਨੇ। ਤਾਂ ਚਲੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਐਸ ਕੁਮਾਰ ਦਾ। ਹੈਲੋ ਸਰ। ਨਮਸਕਾਰ ਜੀ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨੈਸ਼ਨਲ ਖਬਰ ਦੇ ਇਸ ਹੈਲਥ ਸੈਗਮੈਂਟ ਪ੍ਰੋਗਰਾਮ 'ਚ। ਸਰ, ਮੇਰਾ ਸਭ ਤੋਂ ਪਹਿਲਾ ਸਵਾਲ ਹੈ ਆਪ ਨੂੰ ਕਿ ਅਕਸਰ ਆਪਨੇ ਦੇਖਿਆ ਹੈ ਕਿ ਲੋਕਾਂ ਨੂੰ ਇਹ ਬਹੁਤ ਜ਼ਿਆਦਾ ਆਪਣੇ ਆਪ 'ਚ ਕਨਫਿਊਜ਼ਨ ਰਹਿੰਦਾ ਹੈ ਡਾਇਬੀਟੀਜ਼ ਪੇਸ਼ੈਂਟ ਨੂੰ ਖਾਸ ਤੌਰ ਤੇ। ਔਰ ਜਿਵੇਂ ਕਿ ਤੁਸੀਂ ਰਿਸਰਚਰ ਵੀ ਹੋ ਤੇ ਸਾਇੰਟਿਸਟ ਵੀ ਹੋ, ਤਾਂ ਸਰ ਮੈਂ ਆਪ ਤੋਂ ਜਾਣਨਾ ਚਾਹੁੰਦੀ ਹਾਂ ਕਿ ਜੋ ਡਾਇਬੀਟੀਜ਼ ਪੇਸ਼ੈਂਟਸ ਹੈ ਉਹ ਕਿਵੇਂ ਮਾਲੂਮ ਕਰੇ ਕਿ ਉਹਨੂੰ ਡਾਇਬੀਟੀਜ਼ ਹੈ ਕਿ ਨਹੀਂ ਹੈ। ਦੇਖੋ ਜੀ, ਸਭ ਤੋਂ ਪਹਿਲਾਂ ਆਪ ਦਾ ਸਵਾਲ ਬਹੁਤ ਹੀ ਉਮਦਾ ਹੈ, ਬਹੁਤ ਹੀ ਚੰਗਾ ਹੈ। ਇਸ 'ਚ ਕਿ ਡਾਇਬੀਟੀਜ਼ ਦੇ ਬਾਰੇ 'ਚ ਬਹੁਤ ਸਾਰੇ ਭਰਮ ਨੇ। ਡਾਇਬੀਟੀਜ਼ ਵਾਕਈ 'ਚ ਹੈ ਜਾਂ ਨਹੀਂ, ਸਭ ਤੋਂ ਪਹਿਲਾਂ ਮੈਂ ਆਪ ਲੋਕਾਂ ਨੂੰ, ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਡਾਇਬੀਟੀਜ਼ ਕੋਈ ਬਿਮਾਰੀ ਨਹੀਂ ਹੈ। ਜਿਵੇਂ ਟਾਈਫਾਇਡ, ਮਲੇਰੀਆ, ਟੀਬੀ ਠੀਕ ਹੋ ਸਕਦਾ ਹੈ, ਉਵੇਂ ਡਾਇਬੀਟੀਜ਼ ਉਹਨਾਂ ਕੈਟੇਗਰੀਜ਼ 'ਚ ਨਹੀਂ ਆਉਂਦਾ। ਇਹ ਆਉਂਦਾ ਮੈਟਾਬੋਲਿਕ ਡਿਸਆਰਡਰਸ 'ਚ, ਜਿੱਥੇ ਸਰੀਰ ਦੀ ਜੋ ਕਮ ਸ਼ਕਤੀ ਹੈ ਪੈਨਕ੍ਰੀਆਸ ਦੀ ਘੱਟ ਜਾਂ ਜ਼ਿਆਦਾ ਹੁੰਦੀ ਹੈ। ਇਨਸੂਲਿਨ ਬਣਦੀ ਹੈ, ਕਦੀ ਨਹੀਂ ਬਣਦੀ, ਕੁਝ ਘੱਟ ਬਣਦੀ ਹੈ। ਤਾਂ ਇਹ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਡਾਇਬੀਟੀਜ਼ ਦੇ ਭਰਮਾਂ ਤੋਂ ਨਿਕਲਣਾ ਹੈ। ਸਭ ਤੋਂ ਪਹਿਲਾਂ ਬਾਇਓਕੈਮਿਸਟਰੀ ਪੁਆਇੰਟ ਆਫ ਵਿਊ ਤੋਂ ਡਾਇਬੀਟੀਜ਼ ਦਾ ਗੁਣਾ ਭਾਗ ਜਾਣਨਾ ਬਹੁਤ ਜ਼ਰੂਰੀ ਹੈ। ਹਰ ਚੀਜ਼ ਗੁਣਾ ਭਾਗ ਹੁੰਦੀ ਹੈ, ਚਾਹੇ ਬਿਜ਼ਨਸ ਹੋਵੇ, ਚਾਹੇ ਪਰਸਨਲ ਲਾਈਫ ਹੋਵੇ, ਪਲੱਸ ਮਾਈਨਸ ਹੁੰਦਾ ਹੈ। ਇਹ ਗੁਣਾ ਭਾਗ ਹੋਣਾ ਬਹੁਤ ਜ਼ਰੂਰੀ ਹੈ, ਜੋ ਇੱਕ ਆਮ ਆਦਮੀ ਨਹੀਂ ਸਮਝ ਪਾਉਂਦਾ ਹੈ। ਨਾਲੇ ਮੈਡੀਕਲ ਫੀਲਡ ਦੇ ਸਾਹਮਣੇ ਵੀ ਇੱਕ ਰੈਡੀਮੇਡ ਇੱਕ ਪਲੇਟ ਆਉਂਦੀ ਹੈ, ਆਪ ਨੂੰ ਇੰਨੀ ਸ਼ੱਕਰ ਇੱਥੋਂ ਉਠਾ ਕੇ ਦੇ ਦਿਓ, ਲੇਕਿਨ ਉਹ ਵਾਕਈ 'ਚ ਸਹੀ ਹੈ ਜਾਂ ਉਹਨੂੰ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ ਹੈ। ਇਹ ਇਸ ਦੇ ਉੱਪਰ ਇੱਕ ਵੱਡਾ ਸਵਾਲ ਹੈ। ਮੈਂ ਅੱਜ ਉਸ ਦਾ ਵਿਸ਼ਲੇਸ਼ਣ ਦੇਣਾ ਚਾਹਾਂਗਾ। ਔਰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ 90% ਲੋਕ ਭਾਰਤ ਦੇ ਇੱਦਾਂ ਨੇ ਜਿਨ੍ਹਾਂ ਨੂੰ ਡਾਇਬੀਟੀਜ਼ ਕਰਾਰ ਦਿੱਤਾ ਗਿਆ ਹੈ ਤੇ ਬਿਨਾਂ ਕਿਸੇ ਡਾਇਬੀਟੀਜ਼ ਦੇ ਉਹ ਡਾਇਬੀਟੀਜ਼ ਦਾ ਟ੍ਰੀਟਮੈਂਟ ਲੈ ਰਹੇ ਨੇ, ਚਾਹੇ ਉਹ ਟੈਬਲੇਟ ਦੇ ਮਾਧਿਅਮ 'ਚ ਹੋਵੇ, ਚਾਹੇ ਇਨਸੂਲਿਨ ਦੇ ਮਾਧਿਅਮ 'ਚੋਂ। ਤਾਂ ਸਭ ਤੋਂ ਪਹਿਲਾਂ ਇਹ ਜਿਹੜਾ ਹੈ ਵਿਸ਼ਲੇਸ਼ਣ, ਉਹ ਨਾ ਬਹੁਤ ਜ਼ਰੂਰੀ ਹੈ ਕਿ ਡਾਇਬੀਟੀਜ਼ ਕੀ ਹੈ। ਜੋ ਪੈਰਾਮੀਟਰਸ ਨੇ, ਮੈਂ ਉਹਨਾਂ ਤੋਂ ਹਟ ਕੇ ਆਪ ਨਾਲ ਗੱਲ ਕਰਾਂਗਾ। ਅੱਜ ਜਿਹੜੇ ਪੈਰਾਮੀਟਰਸ ਦਿੱਤੇ ਨੇ, ਬਾਈ ਫਾਸਟਿੰਗ ਆਪ ਦੀ 100 ਹੋਣੀ ਚਾਹੀਦੀ, 110 ਹੋਣੀ ਚਾਹੀਦੀ। ਪੋਸਟ ਮੀਲ ਜਿਹੜੀ ਹੈਗੀ ਉਹ 140 ਹੋਣੀ ਚਾਹੀਦੀ ਹੈ ਤੇ 3 ਮਹੀਨੇ ਦਾ ਐਵਰੇਜ ਜੋ ਹੈ ਉਹ 6 ਜਾਂ 5.8 ਹੋਣਾ ਚਾਹੀਦਾ ਹੈ, ਸਟੈਂਡਰਡ ਪੈਰਾਮੀਟਰ। ਲੇਕਿਨ ਜਿਵੇਂ ਅੱਜ ਅਸੀਂ ਬਿਲਡਿੰਗ ਬਣਾਉਂਦੇ ਹਾਂ ਜਾਂ ਕੋਈ ਕੰਮ ਕਰਦੇ ਹਾਂ ਤਾਂ ਉਹਦੀ ਤਹਿ ਤੱਕ ਅਸੀਂ ਜਾਂਦੇ ਹਾਂ ਜੀ। ਤਾਂ ਇਸ 'ਚ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ ਅਸਲ 'ਚ ਸ਼ੱਕਰ ਰੋਗ ਕੀ ਹੈ, ਸਰੀਰ 'ਚ ਉਸ ਦਾ ਸੰਤੁਲਨ ਕਿਵੇਂ ਮੇਨਟੇਨ ਕੀਤਾ ਜਾਂਦਾ ਹੈ, ਬਿਲਕੁਲ। ਨਾਲੇ ਉਹ ਜੇ ਹੈ ਤਾਂ ਸਾਡੇ ਕੋਲ ਉਸ ਦਾ ਵਿਕਲਪ ਕੀ ਹੈ, ਟ੍ਰੀਟਮੈਂਟ ਕੀ ਹੈ। ਤਾਂ ਇਸ 'ਚ 3 ਮੁੱਦੇ ਬੇਸਿਕ ਰਹਿਣਗੇ। ਸਭ ਤੋਂ ਪਹਿਲੇ ਮੈਂ ਉਸ ਦੀ ਐਵਰੇਜਿਟੀ ਦੱਸਣਾ ਚਾਹਾਂਗਾ। ਇਹ ਸਰੀਰ ਦੇ ਅੰਦਰ ਕਿਵੇਂ ਆਉਂਦੀ ਹੈ ਤੇ ਸਾਡੇ ਇੱਥੇ ਸਰੀਰ 'ਚ ਕਿਹੜਾ ਸਿਸਟਮ ਬਣਿਆ ਹੈ। ਤਾਂ ਅਗਰ ਅਸੀਂ ਹਾਈਪੋਥੈਟੀਕਲੀ ਗੱਲ ਕਰੀਏ ਕਿ 100 ਮਿਲੀਗ੍ਰਾਮ ਪਰ 100 ml, ਕੈਲਕੂਲੇਸ਼ਨ ਲਈ ਮੈਂ ਈਜ਼ੀ ਗੱਲ ਕਰ ਰਿਹਾ, 110 ਨਾ ਬੋਲ ਕੇ 100 ਜੀ। ਬੋਲ ਰਿਹਾ। 100 ਮਿਲੀਗ੍ਰਾਮ ਪਰ 100 ml ਤੇ 1 ਮਿਲੀਲੀਟਰ 'ਚ ਕਿੰਨਾ ਹੋਇਆ? ਜੀ। 1 ਗ੍ਰਾਮ ਹੋਇਆ। ਜੀ। ਸਾਡੇ ਬੋਡੀ ਦੇ ਅੰਦਰ ਔਸਤਨ 6 ਲੀਟਰ ਬਲੱਡ ਹੁੰਦਾ ਹੈ। ਇਸ ਦਾ ਮਤਲਬ ਹੈ ਇਹ 6 ਗ੍ਰਾਮ ਸ਼ੱਕਰ ਹੋਈ। ਇਸ ਤੋਂ ਉੱਪਰ ਜੋ ਸ਼ੱਕਰ ਬਣਦੀ ਹੈ ਉਹ ਸਾਡੇ ਲਿਵਰ 'ਚ ਗਲਾਈਕੋਜਨ ਦੀ ਫਾਰਮ 'ਚ ਜਮ੍ਹਾਂ ਹੁੰਦੀ ਹੈ, ਜੋ ਲਿਵਰ ਦੇ weight ਦਾ 0.5% ਹੁੰਦਾ ਹੈ। ਲਿਵਰ ਦਾ weight ਔਨ ਐਨ ਐਵਰੇਜ ਅਸੀਂ 1.5 ਕਿਲੋ ਲੈਂਦੇ ਹਾਂ ਤੇ ਉਸ ਦਾ ਅਸੀਂ ਬੋਲੀਏ 0.5 ਤੋਂ 75 ਗ੍ਰਾਮ ਗਲਾਈਕੋਜਨ ਦੇ ਫਾਰਮ 'ਚ। ਇਸ ਦੇ ਉੱਪਰ ਦੀ ਸ਼ੱਕਰ ਫੈਟ 'ਚ ਕਨਵਰਟ ਹੋ ਜਾਂਦੀ ਹੈ।
ਲੇਕਿਨ ਹੁਣ ਇਹ ਤਾਂ ਰਹੀ ਸ਼ੱਕਰ ਮਾਤਰਾ ਦੀ ਕੈਲਕੂਲੇਸ਼ਨ ਸਾਨੂੰ ਕਦੇ ਨਹੀਂ ਦੱਸੀ ਜਾਂਦੀ। ਇਸ ਤੋਂ ਇਲਾਵਾ ਜੋ ਸ਼ੱਕਰ ਸਾਡੀ ਮੈਕੈਨਿਜ਼ਮ ਬਣੀ ਹੈ ਇਨਸਾਨ ਦੇ ਅੰਦਰ ਸ਼ੱਕਰ ਦੀ, ਉਹ ਹੈ ਪੋਲੀਸੈਕਰਾਈਡ ਤੋਂ ਡਾਈਸੈਕਰਾਈਡ ਤੇ ਡਾਈਸੈਕਰਾਈਡ ਤੋਂ ਮੋਮੋਸੈਕਰਾਈਡ, ਜਿਸ ਨੂੰ ਅਸੀਂ ਗਲੂਕੋਜ਼ ਕਹਿੰਦੇ ਹਾਂ। ਤਾਂ ਉਸ ਦੀ ਮੈਕੈਨਿਜ਼ਮ ਬਣੀ ਹੈ। ਇਸ ਦਾ ਮੈਂ ਇੱਕ ਉਦਾਹਰਣ ਦੇਣਾ ਚਾਹਾਂਗਾ ਕਿ ਸਾਡੇ ਘਰ 'ਚ ਜਿਹੜਾ ਆਟਾ ਚੱਕੀ ਹੁੰਦੀ ਹੈ, ਜਿਸ 'ਚ ਅਸੀਂ ਕਣਕ ਪੀਸਦੇ ਹਾਂ, ਉਹ ਕਣਕ ਪੀਸਣ ਲਈ ਹੀ ਬਣੀ ਹੈ। ਜੇਕਰ ਉਸ 'ਚ ਅਸੀਂ ਕੰਕਰ ਪਾਈਏ ਜਾਂ ਕੁਝ ਹੋਰ ਅਲੱਗ ਚੀਜ਼ ਪਾਈਏ ਤਾਂ ਉਸ ਦੇ ਦੰਦ ਖਰਾਬ ਹੋ ਜਾਣਗੇ। ਤਾਂ ਸਾਡੀ ਮੈਕੈਨਿਜ਼ਮ ਜੋ ਇਨਸਾਨ ਦੀ ਬਣੀ ਹੋਈ ਹੈ, ਉਹ ਕਣਕ ਅਤੇ ਚਾਵਲ ਅਤੇ ਦੂਸਰੇ ਜੋ ਅੰਨ ਪਦਾਰਥ ਨੇ, ਉਹਨਾਂ ਤੋਂ ਬਣਨ ਵਾਲੀ ਸ਼ੱਕਰ ਦੀ ਸਿਸਟਮ ਬਣੀ ਹੋਈ ਹੈ। ਲੇਕਿਨ ਅਸੀਂ ਕੀ ਕਰ ਰਹੇ ਹਾਂ? ਪਿਓਰ ਫਾਰਮੇਸ਼ਨ ਦਾ ਲੈ ਰਹੇ ਹਾਂ। ਸਰ, ਉਹਦੇ ਨਾਲ ਆਪਨੇ ਇੱਥੇ ਕਿਹਾ ਕਿ ਲੋਕਾਂ ਦੇ ਅੰਦਰ ਜਿਵੇਂ ਕਿ ਗਲੂਕੋਜ਼ ਅਤੇ ਜੋ ਸ਼ੂਗਰ ਬਣਦੀ ਹੈ, ਤਾਂ ਇਸ ਦੀ ਵੀ ਇੱਕ ਮਾਤਰਾ ਹੁੰਦੀ ਹੈ, ਇੱਕ ਲਿਮਿਟਡ ਅਮਾਉਂਟ ਹੁੰਦਾ ਹੈ ਜੋ ਇਹਨਾਂ ਬਣਨਾ ਚਾਹੀਦਾ ਹੈ, ਤੇ ਇਸ ਤੋਂ ਜ਼ਿਆਦਾ ਬਣ ਜਾਏ ਤਾਂ ਡਾਇਬੀਟੀਜ਼ ਪੇਸ਼ੈਂਟ ਹੋ ਜਾਂਦਾ ਹੈ ਤੇ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਪੈਂਦੀ ਹੈ। ਆਹੋ ਤਾਂ ਸਰ, ਉਹੀ ਮੈਂ ਜਾਣਨਾ ਚਾਹੁੰਦੀ ਹਾਂ ਕਿ ਸ਼ੂਗਰ ਕਦ ਅਸੀਂ ਟੈਸਟ ਕਰਵਾ ਸਕਦੇ ਹਾਂ, ਕਦ ਡਾਕਟਰ ਨੂੰ ਵਿਜ਼ਿਟ ਕਰਨਾ ਪਵੇਗਾ? ਨਹੀਂ, ਮੈਂ ਆਪ ਨੂੰ ਦੱਸ ਰਿਹਾ ਤੇ ਇਸ ਨੂੰ ਅੱਗੇ ਲੈ ਕੇ ਮੈਂ ਚੱਲ ਰਿਹਾ। ਤੇ ਸਭ ਤੋਂ ਪਹਿਲਾਂ ਮੈਂ ਜੋ ਕਲੈਰਿਟੀ 'ਚ 3 ਭਾਗਾਂ 'ਚ ਦੇ ਰਿਹਾ। ਪਹਿਲਾ ਭਾਗ ਹੈ ਕਿ ਸਾਡੇ ਸਰੀਰ 'ਚ ਵਾਕਈ ਇੰਨੀ ਸ਼ੂਗਰ ਦੀ ਲੋੜ ਹੈ ਬਿਲਕੁਲ। ਜਿਹੜਾ ਅਸੀਂ ਖਾਂਦੇ ਹਾਂ। ਸਾਡੇ ਸਰੀਰ ਦੀ ਪੂਰੀ ਸਿਸਟਮ ਹੈਗੀ ਜਿਹੜੀ ਸੈਚੂਰੇਟਿਡ ਹੁੰਦੀ ਹੈ। ਸਾਡੇ ਸਰੀਰ ਨੂੰ ਇੱਕ ਵੀ ਚਮਚ ਸ਼ੱਕਰ ਦੀ ਲੋੜ ਨਹੀਂ ਪੈਂਦੀ ਹੈ। ਇਹ ਗੱਲ ਪਹਿਲਾਂ ਤੁਸੀਂ ਸਮਝ ਲਓ। ਹਰ ਘਰ 'ਚ 5-5, 10-10 ਕਿਲੋ ਸ਼ੱਕਰ ਆਉਂਦੀ ਹੈ। ਤੇ ਤੁਹਾਡੇ ਘਰ 'ਚ ਕਿੰਨੀ ਸ਼ੱਕਰ ਆਉਂਦੀ ਹੈ? ਸਰ, ਮਹੀਨੇ 'ਚ ਘੱਟੋ ਘੱਟ 3 ਕਿਲੋ ਤਾਂ 3 ਮੰਗਵਾ kg ਲੈਂਦੇ ਨਾ, ਨੇ ਤੇ ਜੀ। ਇਹ ਓਵਰਲੋਡ ਹੈ। ਤਾਂ ਹੁਣ ਐਕਸਟਰਾ ਹੋ ਜਾਏਗੀ ਤਾਂ ਵੱਧ ਹੋ ਜਾਏਗੀ, ਜਿਸ ਦੀ ਸਾਨੂੰ ਜੀ। ਲੋੜ ਨਹੀਂ ਹੈ। ਇੱਕ ਪਾਰਟ ਹੋ ਗਿਆ। ਹੁਣ ਮੈਡੀਕਲ ਸਾਇੰਸ ਨੇ ਜੋ ਵੀ ਦੱਸਿਆ, ਬਾਕੀ 110 ਖਾਣੇ ਤੋਂ ਪਹਿਲਾਂ ਤੇ ਖਾਣੇ ਤੋਂ ਬਾਅਦ 140 ਦੇ ਆਸ-ਪਾਸ ਹੋਣੀ ਚਾਹੀਦੀ ਹੈ। ਉਹ ਕੰਟਰੋਲ 'ਚ ਰਹਿਣੀ ਚਾਹੀਦੀ ਹੈ। ਲੇਕਿਨ ਉਸ ਤੋਂ ਉੱਪਰ ਜੇ ਸ਼ੱਕਰ ਚਲੀ ਜਾਂਦੀ ਹੈ ਤਾਂ ਉਸ ਨੂੰ ਡਾਇਬੀਟੀਜ਼ ਦੀ ਕੈਟੇਗਰੀ 'ਚ ਪਾਇਆ ਜਾਂਦਾ ਹੈ। ਤਾਂ ਹੁਣ ਜੀ। ਮੇਰਾ ਇਹ ਕਹਿਣਾ ਹੈ ਕਿ ਸਾਰੇ ਦਰਸ਼ਕਾਂ ਨੂੰ ਜਿਹੜੇ ਡਾਇਬੀਟੀਜ਼ ਤੋਂ ਪੀੜਿਤ ਹੈਗੇ ਨੇ, ਕਿ ਭਾਈ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਰਿਫਾਈਨਡ ਸ਼ੂਗਰ ਹੈ, ਉਸ ਨੂੰ ਆਪਣੇ ਖਾਣ-ਪਾਣ ਤੋਂ ਥੋੜ੍ਹਾ ਦੂਰ ਰੱਖੋ। ਸਭ ਤੋਂ ਜੀ। ਪਹਿਲੀ ਗੱਲ ਹੈ। ਹੁਣ ਦੂਜੀ ਗੱਲ ਇਹ ਹੈ ਕਿ ਜੋ ਟੈਸਟ ਜਿਹੜੇ ਕਰਾਏ ਜਾਂਦੇ ਨੇ, ਅੱਜ 40 ਦੇ ਆਸ-ਪਾਸ ਸ਼ਾਖਾਵਾਂ ਨੇ ਤੇ ਮੇਰਾ ਅਨੁਭਵ ਹੈ ਕਿ ਹਜ਼ਾਰਾਂ ਤੋਂ ਵੀ ਵੱਧ ਪੇਸ਼ੈਂਟ ਸਾਡੇ ਕੋਲ ਨੇ। ਮੈਨੂੰ ਨਹੀਂ ਲੱਗਦਾ, ਮੈਨੂੰ 0.00% ਹੀ ਕਿਸੇ ਨੇ ਦੱਸਿਆ ਹੋਵੇ ਕਿ ਉਹਨਾਂ ਨੂੰ ਟੇਸਟ ਮਾਲੂਮ ਹੈ। ਤੇ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਉਸ ਦੇ ਮੂਲ ਤੇ ਜਾਣਾ ਪੈਂਦਾ ਹੈ। ਤੇ ਸਭ ਤੋਂ ਪਹਿਲਾਂ ਤੁਹਾਨੂੰ ਦੇਖਣਾ ਹੈ ਕਿ ਸਾਡੇ ਸਿਰਫ ਸ਼ੱਕਰ ਵਧਣ ਨਾਲ ਉਹਨੂੰ ਡਾਇਬੀਟੀਜ਼ ਨਹੀਂ ਬੋਲਾਂਗੇ ਅਸੀਂ। ਉਹਦੇ ਬਿਲਕੁਲ। ਕਾਰਨਾਂ ਤੇ ਜਾਣਾ ਪਏਗਾ। ਤੇ ਕਾਰਨ ਇਹ ਹੈਗਾ ਕਿ ਤੁਹਾਡੇ ਸਰੀਰ ਦੇ ਅੰਦਰ ਬੀਟਾ ਸੈੱਲ ਚੰਗੇ ਕੰਮ ਕਰ ਰਹੇ ਨੇ। ਤੁਹਾਡੇ ਸਰੀਰ 'ਚ ਸੀ ਪੈਪਟਾਈਨ ਹੈ, ਤੁਹਾਡੇ ਸਰੀਰ 'ਚ ਬੀਟਾ ਇਨਸੂਲਿਨ ਦੀ ਮਾਤਰਾ ਕਾਫੀ ਹੈ। ਤਾਂ ਫਿਰ ਇਹਨੂੰ ਡਾਇਬੀਟੀਜ਼ ਕਿਉਂ ਬੋਲੀਏ ਅਸੀਂ? ਜੀ ਸਰ। ਜਿਵੇਂ ਆਮ ਤੌਰ ਤੇ ਤੁਸੀਂ ਵੇਖਿਆ ਹੋਏਗਾ, ਡਾਇਬੀਟੀਜ਼ 2 ਤਰ੍ਹਾਂ ਦੀ ਜੋ ਮੇਨਲੀ ਡਿਸਕਸ਼ਨ 'ਚ ਆਉਂਦੀ ਹੈ, ਉਹ ਹੈ ਡਾਇਬੀਟੀਜ਼ 1 ਤੇ ਡਾਇਬੀਟੀਜ਼ 2। ਤਾਂ ਡਾਇਬੀਟਿਕ 1 ਸਿਰਫ 3% ਪੋਪੂਲੇਸ਼ਨ ਹੈ ਜਿਹਨੂੰ ਵਾਕਈ ਉਹਨਾਂ ਦੇ ਅੰਦਰ ਇਨਸੂਲਿਨ ਨਹੀਂ ਬਣਦਾ, ਬੀਟਾ ਸੈੱਲ ਡਿਸਟਰੋਏ ਹੋ ਗਏ ਨੇ ਤੇ ਉਹਨਾਂ ਨੂੰ ਬਾਹਰੋਂ ਇਨਸੂਲਿਨ ਲੈਣ ਦੀ ਲੋੜ ਪੈਂਦੀ ਹੈ। ਤੇ ਉਹਨਾਂ ਨੂੰ ਬਾਹਰੋਂ ਇਨਸੂਲਿਨ ਲੈਣਾ ਲਾਜ਼ਮੀ ਹੁੰਦਾ ਹੈ, ਜਿਸ ਨੂੰ ਇਨਸੂਲਿਨੀਅਸ ਐਕਸਟਰਨਲ ਸੋਰਸ ਕਹਿੰਦੇ ਨੇ। ਜੀ। ਲੇਕਿਨ ਇਸ ਦੇ ਵਾਈਸ ਵਰਸਾ ਅਸੀਂ ਚੱਲੀਏ ਤਾਂ ਡਾਇਬੀਟਿਕ 2 'ਚ ਇਨਸੂਲਿਨ ਤਾਂ ਪਰਯਾਪਤ ਮਾਤਰਾ 'ਚ ਹੈਗੀ। ਤੁਹਾਡੇ ਬੀਟਾ ਸੈੱਲ ਵੀ ਕਾਫੀ ਚੰਗੇ ਨੇ, ਫਿਰ ਤੁਸੀਂ ਉਹਨੂੰ ਡਾਇਬੀਟੀਜ਼ ਕਿਉਂ ਕਰਾਰ ਦਿੰਦੇ ਹੋ? ਇਹ ਸਾਡੇ ਵਿਗਿਆਨਿਕ ਦ੍ਰਿਸ਼ਟੀਕੋਣ ਸਾਡਾ ਬੋਲਦਾ ਹੈ। ਤੇ ਇਸ 'ਚ ਜਿਹੜੇ ਟੈਸਟ ਨੇ ਭਾਰਤ 'ਚ, ਮੈਨੂੰ ਬੜਾ ਦੁੱਖ ਹੁੰਦਾ ਹੈ ਇਸ ਚੀਜ਼ ਨੂੰ ਬੋਲਦੇ ਹੋਏ ਕਿ 97 ਤੋਂ 98% ਡਾਕਟਰਸ, ਮੈਂ ਤੇ ਬੋਲਦਾ 99% ਲੋਕਾਂ ਨੂੰ ਅੱਜ ਵੀ ਇਹਨਾਂ ਰਿਪੋਰਟਸ ਦੇ ਬਾਰੇ 'ਚ ਪਤਾ ਨਹੀਂ ਹੈ। ਜੋ ਅਸੀਂ ਲੋਕ 6 ਟੈਸਟ ਜਿਹੜੇ ਬੇਸਿਕਲੀ ਅਸੀਂ ਕਰਾਉਂਦੇ ਹਾਂ, ਜੋ ਹੈ ਫਾਸਟਿੰਗ, ਇਨਸੂਲਿਨ, ਤੁਹਾਡੀ ਬੋਡੀ 'ਚ ਇਨਸੂਲਿਨ ਕਿੰਨੀ ਬਣ ਰਹੀ ਹੈ। ਉਸ ਤੋਂ ਬਾਅਦ ਇੱਕ ਸੀ ਪੈਪਟਾਈਡ ਟੈਸਟ ਹੁੰਦੀ ਹੈ ਜੋ ਦੱਸਦੀ ਹੈ ਕਿ ਜੋ ਸੀਰਮ ਇਨਸੂਲਿਨ ਹੈ ਉਹ ਬਰਾਬਰ ਬਣ ਰਹੀ ਹੈ ਕਿ ਨਹੀਂ। ਤੇ ਇੱਕ ਹੁੰਦਾ ਹੈ ਬੀਟਾ ਸੈੱਲਸ। ਉਸ ਤੋਂ ਬਾਅਦ 'ਚ ਹੁੰਦਾ ਹੈ ਉਹਦੀ ਸੈਂਸਿਟੀਵਿਟੀ। ਹੋਰ ਜਿਹੜੇ 3 ਪ੍ਰਚਲਿਤ ਟੈਸਟ ਹੈ ਉਹ ਹੈਗੇ ਨੇ 3 ਮਹੀਨੇ ਦਾ ਜੋ ਐਵਰੇਜ ਹੁੰਦਾ ਹੈ HDMMC, ਉਸ ਦੇ ਬਾਅਦ 'ਚ ਫਾਸਟਿੰਗ, ਤੇ ਮੋਸਟਲੀ ਇਹ 3 ਟੈਸਟ ਹੀ ਹੁੰਦੇ ਨੇ। ਕੁਝ ਇਹੋ ਜਿਹੇ ਵੀ ਸਟੇਟ ਹੈਗੇ ਨੇ ਭਾਰਤ 'ਚ ਜਿੱਥੇ 3 ਮਹੀਨੇ ਦਾ ਵੀ ਐਵਰੇਜ ਨਹੀਂ ਕੱਢਿਆ ਜਾਂਦਾ। ਬੜਾ ਅਚਰਜ ਹੁੰਦਾ ਮੈਨੂੰ ਇਹ ਜਾਣ ਕੇ।
ਬਸ ਜੀ ਇਹੀ ਗੱਲ ਸਰ, ਹੈ। ਜਿਵੇਂ ਇੱਥੇ ਦੱਸਿਆ ਤੁਸੀਂ ਕਿ ਇਨਸੂਲਿਨ ਕੁਝ ਲੋਕਾਂ 'ਚ ਨਹੀਂ ਬਣ ਪਾਉਂਦੀ ਅਤੇ ਉਹ 3% ਅਜਿਹੇ ਮਰੀਜ਼ ਨੇ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਤੇ ਉਹਨਾਂ ਨੂੰ ਇਨਸੂਲਿਨ ਬਾਹਰੋਂ ਲੈਣੀ ਪੈਂਦੀ ਹੈ। ਤਾਂ ਸਰ ਮੈਂ ਇਸ ਤੇ ਵੀ ਤੁਹਾਡੇ ਤੋਂ ਜਾਣਨਾ ਚਾਹੁੰਦੀ ਹਾਂ ਕਿ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਜੇਕਰ ਪੇਸ਼ੈਂਟ ਨੂੰ ਡਾਇਬੀਟੀਜ਼ ਨਹੀਂ ਹੈ ਜਾਂ ਫਿਰ ਇਨਸੂਲਿਨ ਉਹਨਾਂ ਦੇ ਸਰੀਰ 'ਚ ਬਣ ਰਹੀ ਹੈ, ਫਿਰ ਵੀ ਕੁਝ ਡਾਕਟਰ ਉਹਨਾਂ ਨੂੰ ਇਨਸੂਲਿਨ ਦੇ ਦਿੰਦੇ ਨੇ। ਤਾਂ ਇਸ ਤੇ ਤੁਸੀਂ ਕੀ ਕਹੋਗੇ? ਤੇ ਇੱਥੇ ਹੀ ਜਿਹੜਾ ਥੋੜਾ ਜਿਹਾ ਮਸਲਾ ਹੈ, ਇਹ ਜੀ ਹਾਂ। ਸਾਨੂੰ ਪਹਿਲਾਂ ਆਇਡੈਂਟੀਫਾਈ ਕਰਨਾ ਚਾਹੀਦਾ ਹੈ। ਜੀ। ਇਹ ਜਿਹੜੇ ਟੈਸਟ ਹਰ ਡਾਕਟਰ ਨੂੰ ਕਰਾਉਣੇ ਚਾਹੀਦੇ ਨੇ। ਤੇ ਇਹ ਹੋਣ ਤੋਂ ਬਾਅਦ ਹੁੰਦਾ ਕੀ ਹੈ, ਜਿਹੜੀ ਸ਼ੂਗਰ ਵੱਧਦੀ ਹੈ ਤਾਂ ਇਨਸੂਲਿਨ ਦੇ ਲਈ ਸਭ ਤੋਂ ਪਹਿਲਾਂ ਇਹ ਓਰਲ ਹਾਈਪਰਗਲਾਈਸੈਮਿਕ ਟੈਬਲੇਟ ਦਿੱਤੀ ਜਾਂਦੀ ਹੈ। ਉਸ ਨੂੰ ਦੇਣ ਤੋਂ ਬਾਅਦ ਜੇ ਸ਼ੂਗਰ ਕੰਟਰੋਲ 'ਚ ਨਹੀਂ ਆਉਂਦੀ ਹੈ ਤਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ, ਇਨਸੂਲਿਨ ਸਟਾਰਟ ਕਰਨੀ ਚਾਹੀਦੀ ਹੈ ਯੂਨਿਟਸ 'ਚ। ਹੁਣ ਉਹ ਇਨਸੂਲਿਨ ਪਹਿਲਾਂ 10 ਯੂਨਿਟ ਹੁੰਦੀ ਹੈ, ਫਿਰ 20 ਯੂਨਿਟ, ਫਿਰ 40, ਫਿਰ 100 ਹੋ ਜਾਂਦੀ ਹੈ। ਉਸ ਦੇ ਬਾਵਜੂਦ ਵੀ ਜੇ ਸ਼ੱਕਰ ਕੰਟਰੋਲ 'ਚ ਨਹੀਂ ਆਉਂਦੀ ਹੈ ਤੇ ਲੋਕ ਕਾਫੀ ਪਰੇਸ਼ਾਨ ਹੋ ਜਾਂਦੇ ਨੇ। ਤਾਂ ਬਿਲਕੁਲ। ਉਸ ਦਾ ਵੀ ਸਭ ਤੋਂ ਪਹਿਲਾਂ ਇਹ ਵੇਖਣਾ ਚਾਹੀਦਾ ਹੈ ਤੁਹਾਡਾ ਸਿਸਟਮ ਬਰਾਬਰ ਹੈ ਤਾਂ ਇਸ ਦੀ ਕੀ ਲੋੜ ਹੈ। ਬੇਸਿਕਲੀ ਜੋ ਪ੍ਰੋਟੀਨ ਮੋਲੀਕਿਊਲਸ ਹੁੰਦੇ ਨੇ, ਜੇਕਰ ਜਿਵੇਂ ਸਾਨੂੰ ਹਾਈਪਰਟੈਂਸ਼ਨ ਦਾ ਸਭ ਨੂੰ ਪਤਾ ਹੀ ਹੈ ਨਾ, ਤੇ ਤੁਹਾਡਾ ਬੀਪੀ ਵੱਧ ਜਾਂਦਾ ਹੈ, ਵੈਸੇ ਹੀ ਇੱਕ ਇਹੋ ਜਿਹੀ ਟਰਮ ਯੂਜ਼ ਹੁੰਦੀ ਹੈ, ਇਸ ਨੂੰ ਹਾਈਪਰ ਇਨਸੂਲਿਨਮੀਨੀਆ ਬੋਲਿਆ ਜਾਂਦਾ ਹੈ। ਇਹ ਹੱਦ ਤੋਂ ਜ਼ਿਆਦਾ ਇਨਸੂਲਿਨ ਵੱਧ ਜਾਂਦੀ ਹੈ ਤਾਂ ਪ੍ਰੋਟੀਨ ਮੋਲੀਕਿਊਲਸ ਇੱਕ ਦੂਜੇ ਨਾਲ ਕੀ ਬੋਲਦੇ ਨੇ ਰਿਐਕਸ਼ਨ ਕਰਕੇ ਤੇ ਉਸ 'ਚ ਰੈਜ਼ਿਸਟੈਂਸ ਪੈਦਾ ਹੋ ਜਾਂਦੀ ਹੈ, ਜਿਸ ਨੂੰ ਇਨਸੂਲਿਨ ਰੈਜ਼ਿਸਟੈਂਸ ਬੋਲਦੇ ਨੇ। ਤੇ ਇਨਸੂਲਿਨ ਰੈਜ਼ਿਸਟੈਂਸ 'ਚ ਅਨਫੋਰਚੂਨੇਟਲੀ ਕੋਈ ਵੀ ਦਵਾ ਪੂਰੇ ਵਰਲਡ 'ਚ ਨਹੀਂ ਬਣੀ ਹੋਈ ਹੈ। ਇਸ ਦੇ ਲਈ ਅਸੀਂ ਲੋਕਾਂ ਨੇ ਫਰਸਟ ਟਾਈਮ ਭਾਰਤ 'ਚ ਰਿਸਰਚ ਕਰਕੇ ਕੁਝ ਸੈਂਸਿਟਾਈਜ਼ਰਸ ਕੱਢੇ ਨੇ ਜੋ ਉਸ ਨੂੰ ਸੈਂਸਿਟਾਈਜ਼ ਕਰ ਦਿੰਦੇ ਨੇ, ਅਤੇ ਸ਼ੂਗਰ ਜਿਵੇਂ ਇਨਸੂਲਿਨ ਘੱਟ ਹੁੰਦਾ ਜਾਂਦਾ ਹੈ, ਹੌਲੀ ਸ਼ੂਗਰ ਵੀ ਇਸਤੇਮਾਲ ਕਰਨਾ ਚਾਲੂ ਹੋ ਜਾਂਦੀ ਹੈ। ਤਾਂ ਇਸ ਦੇ ਲਈ ਬੇਸਿਕ ਚੀਜ਼ਾਂ ਦੋਸਤੋ, ਜੋ ਡਾਇਬੀਟੀਜ਼ ਤੋਂ ਪਰੇਸ਼ਾਨ ਹੈ, ਉਹ ਤੁਸੀਂ ਟੈਸਟ ਜ਼ਰੂਰ ਕਰਾਓ। ਤੁਹਾਡੇ ਸ਼ਹਿਰ ਦੇ ਡਾਇਬੈਟੋਲੋਜਿਸਟ ਨੂੰ ਜ਼ਰੂਰ ਮਿਲੋ, ਤੁਹਾਡੇ ਟੈਸਟ ਜਿਹੜੇ ਹੋਣੇ ਨੇ ਉਹ ਜ਼ਰੂਰ ਕਰਵਾਓ ਤੇ ਫਿਰ ਤੁਸੀਂ ਅੱਗੇ ਵਧੋ। ਤੇ ਹੁਣ ਅਸੀਂ ਜਿਵੇਂ ਸਾਡੇ ਜੋ ਵੀ ਡਾਕਟਰਸ ਅਸੀਂ ਹੈਗੇ ਨਾ ਤੇ ਪੇਸ਼ੈਂਟਸ ਨੇ, ਤੇ ਭਾਰਤ 'ਚ ਅਜਿਹਾ ਕੋਈ ਵੀ ਥਾਂ ਨਹੀਂ ਹੈ ਜਿੱਥੇ ਸਾਡੀ ਐਗਜ਼ਿਸਟੈਂਸ ਨਹੀਂ ਹੈ ਤੇ ਸਾਡੇ ਪੇਸ਼ੈਂਟਸ ਨਹੀਂ। 90% ਲੋਕਾਂ ਨੂੰ ਪਤਾ ਨਹੀਂ ਹੈ, ਜੋ ਲੈਬ ਵਾਲਿਆਂ ਨੂੰ ਵੀ ਪਤਾ ਨਹੀਂ ਹੈ। ਇਹ ਟੈਸਟ ਕਰਵਾਉਣਾ ਚਾਹੀਦਾ ਹੈ। ਜੇਕਰ ਉਹ ਆਉਂਦੇ ਨੇ ਤੇ ਅਸੀਂ ਵੇਖਦੇ ਹਾਂ ਤੇ ਅਸੀਂ ਇਨਸੂਲਿਨ ਨੂੰ ਐਸੈਸਰਾਈਜ਼ ਕਰਕੇ ਹੌਲੀ ਘੱਟ ਕਰਦੇ ਜਾਂਦੇ ਹਾਂ। ਨਾਲੇ ਜਿੰਨੇ ਵੀ ਅੱਜ ਉਹ ਬੋਲ ਰਹੇ ਨੇ ਕਿ ਇਨਸੂਲਿਨ ਹੈ, ਇਹ ਪੂਰੀ ਤਰ੍ਹਾਂ ਨਾਲ ਕੰਟਰੋਲ ਹੀ ਨਹੀਂ ਹੈ। ਜੜ ਤੋਂ ਡਾਇਬੀਟੀਜ਼ ਖਤਮ ਹੋ ਸਕਦੀ ਹੈ ਤੇ ਹੋ ਵੀ ਰਹੀ ਹੈ। ਹਜ਼ਾਰਾਂ ਪੇਸ਼ੈਂਟਸ ਸਾਡੇ ਇੱਥੇ ਹੈਗੇ ਨੇ ਜਿਨ੍ਹਾਂ ਦਾ ਇਨਸੂਲਿਨ ਬੰਦ ਹੋ ਗਿਆ ਹੈ, ਉਹਨਾਂ ਦੀ ਟੈਬਲੇਟਸ ਬੰਦ ਹੋ ਗਈਆਂ। ਜੀ ਸਰ। ਸੋ ਸਰ, ਜਿਵੇਂ ਕਿ ਅਸੀਂ ਸੁਣਿਆ ਹੈ ਕਿ ਸੈਲਸ ਤੇ ਵੀ ਕੰਮ ਕਰਦੇ ਹੋ, ਮੈਂ ਆਪ ਤੋਂ ਜਾਣਨਾ ਚਾਹਾਂਗੀ ਕਿ ਇਹ ਸੈਲੂਲਰ ਸਿਸਟਮ ਕੀ ਹੈ? ਆਪ ਇਸ ਤੇ ਕਿਵੇਂ ਕੰਮ ਕਰਦੇ ਹੋ? ਦੇਖੋ, ਸੈਲੂਲਰ ਸੈੱਲ ਅਜਿਹਾ ਹੈ ਕਿ ਇਹ ਸਾਡੇ ਬੋਡੀ ਸੈਲਸ ਨਾਲ ਬਣਦਾ ਹੈ। ਸੈਲਸ ਆਫਟਰ ਫਰਟੀਲਾਈਜੇਸ਼ਨ, ਸੈੱਲ ਨਾਲ ਟਿਸ਼ੂ ਬਣਦੇ ਨੇ, ਟਿਸ਼ੂ ਨਾਲ ਆਰਗਨ ਨਾਲ ਸਿਸਟਮ ਬਣਦਾ ਹੈ, ਸਿਸਟਮ ਨਾਲ ਬੋਡੀ ਬਣਦੀ ਹੈ। ਤੇ ਜਿਹੜੇ ਉਹਦੇ, ਜਿਵੇਂ ਮੈਂ ਤੁਹਾਨੂੰ ਦੱਸਿਆ, ਤੁਸੀਂ ਜੇ ਇੱਥੇ ਦੇਖੋ, ਜੀ। ਇਹ ਸਾਰੀ ਚੀਜ਼ਾਂ ਇੱਥੇ ਦਿਖਾਈ ਗਈਆਂ ਨੇ। ਪਹਿਲਾ ਹੈ ਜਿਹੜਾ ਉਹ ਹੈ ਸੈੱਲ ਬਣਿਆ ਤੇ ਫਰਟੀਲਾਈਜੇਸ਼ਨ ਹੁੰਦੀ ਹੈ, ਸੈੱਲ ਤੋਂ ਟਿਸ਼ੂ ਬਣਦੀ ਹੈ, ਆਰਗਨ ਬਣਦਾ ਹੈ, ਸਿਸਟਮ ਬਣਦਾ ਹੈ ਤੇ ਬੋਡੀ ਬਣਦੀ ਹੈ। ਇਹ ਵੇਖੋ 300 ਬਿਲੀਅਨ ਨਿਊ ਸੈੱਲ ਬਣਦੇ ਨੇ, 200 ਮਿਲੀਅਨ ਪਰ ਮਿੰਟ। ਬੱਚੇ ਨੇ ਜਨਮ ਲਿਆ ਤੇ ਇਹ ਸਾਰੇ ਆਰਗਨ ਦਿਖਾਈ ਦਿੰਦੇ ਨੇ। ਵੇਖੋ ਆਪ, ਇਹ ਬ੍ਰੇਨ ਤੋਂ ਕਿਡਨੀ ਤੱਕ ਟੌਕਸਿਸਿਟੀ ਲੀਡਸ ਫਰਮ ਏਜਿੰਗ ਟੂ ਕੈਂਸਰ। ਤੇ ਅਸੀਂ ਰੋਂਦਾ ਹੋਇਆ ਇੱਕ ਸੈੱਲ ਵੇਖਿਆ। ਇਹ ਜੋ ਪਹਿਲਾ ਹੈ ਕਨਸੈਪਟ, ਸੈਲਸ ਨੂੰ ਅਸੀਂ ਲੋਕ ਕੀ ਕਰਦੇ ਹਾਂ, ਪ੍ਰੀਵੈਂਟ ਕਰਦੇ ਹਾਂ, ਪ੍ਰੀਜ਼ਰਵ ਕਰਦੇ ਹਾਂ, ਪ੍ਰੋਟੈਕਟ ਕਰਦੇ ਹਾਂ, ਜਿਸ ਦੇ ਉੱਪਰ ਸਾਡੀ ਪੂਰੀ ਬੋਡੀ ਡਿਪੈਂਡੈਂਟ ਹੈ। ਮੈਡੀਕਲ ਫੀਲਡ ਨੇ ਕੀ ਕੀਤਾ ਹੈ, ਉਸ ਤੋਂ ਅੱਗੇ ਚਲੇ ਗਏ ਨੇ, ਇਸ ਨੂੰ ਛੱਡ ਦਿੱਤਾ ਹੈ ਜਿੱਥੋਂ ਸਾਡੀ ਉਤਪਤੀ ਹੋਈ, ਸੈਲਸ ਤੋਂ। ਤਾਂ ਇਸ ਦਾ ਪੀਐਚ ਬੈਲੈਂਸ ਕਰਕੇ ਇਸ ਨੂੰ ਅਸੀਂ ਲੋਕਾਂ ਨੇ ਕੀ ਕੀਤਾ ਹੈ, ਤਾਂ ਕਿ ਆਰਗਨਸ ਆਪਦੇ ਡੈਮੇਜ ਨਾ ਹੋਣ। ਜੇਕਰ ਆਰਗਨਸ ਆਪਦੇ ਡੈਮੇਜ ਹੋ ਗਏ, ਫੰਕਸ਼ਨਸ ਨੇ ਉਹ ਜੇਕਰ ਉੱਪਰ ਥੱਲੇ ਹੋ ਗਏ, ਤਾਂ ਉਹ ਫਿਰ ਅਲਟੀਮੇਟਲੀ ਜਾਂ ਤਾਂ ਹਾਈਪੋ 'ਚ ਕੰਮ ਕਰਦੇ ਜਾਂ ਹਾਈਪਰ 'ਚ ਕੰਮ ਕਰਦੇ ਆ। ਉਹਨਾਂ ਦੇ ਫੰਕਸ਼ਨਸ ਅਬਨੋਰਮਲ ਹੋ ਜਾਂਦੇ ਨੇ, ਜਿਸ ਨੂੰ ਮੈਟਾਬੋਲਿਕ ਡਿਸਆਰਡਰਸ ਦਾ ਨਾਂ ਦਿੱਤਾ ਜਾਂਦਾ ਹੈ। ਕਿਉਂਕਿ ਤੁਹਾਡੀ ਡਿਜ਼ੀਜ਼ ਕੁਝ ਹੁੰਦਾ ਹੈ ਕਿ ਇਹ ਬੇਸਿਕਲੀ ਇਨਫੈਕਸ਼ਨ ਹੁੰਦੀ ਹੈ। ਹੁਣ ਕਿਸੇ ਤੀਜੇ ਕਾਰਨ ਨਾਲ ਹੋ ਸਕਦੀ ਹੈ। ਇਹ ਤੁਹਾਡੇ ਖੁਦ ਦੇ ਸੈਲਸ ਜਿਹੜੇ ਡੈਮੇਜ ਹੋ ਜਾਂਦੇ ਨੇ, ਉਹਨਾਂ ਦੇ ਨਾਲ ਸਾਰੇ ਫੰਕਸ਼ਨਸ ਵੀ ਉਹਨਾਂ ਨੂੰ ਅਬਨੋਰਮਲ ਕਰ ਦਿੰਦੇ ਨੇ। ਤਾਂ ਸਾਡੇ ਜੋ ਸੈਲੂਲਰ ਲੈਵਲ ਹੈਗੇ ਨੇ, ਈਵਨ ਡਾਇਬੀਟੀਜ਼ ਦੇ ਅੰਦਰ ਪੈਂਕ੍ਰੀਆਟਿਕ ਸੈਲਸ ਦੇ ਅੰਦਰ ਜੇਕਰ ਸਵੈਲਿੰਗ ਹੈ ਤਾਂ ਇਨਸੂਲਿਨ ਘੱਟ ਵੱਧ ਬਣੇਗੀ, ਤਾਂ ਉਹਨੂੰ ਵੀ ਬਹੁਤ ਚੰਗੀ ਤਰ੍ਹਾਂ ਉਸ ਨੂੰ ਸਾਂਭਿਆ ਜਾਂਦਾ ਹੈ। ਫਿਰ ਡਾਇਬੀਟੀਜ਼ 'ਚ ਵੀ ਲਿਵਰ ਦਾ ਬਹੁਤ ਵੱਡਾ ਮਹੱਤਵ ਹੈ, ਕਿਉਂਕਿ ਲਿਵਰ ਨੂੰ ਵੀ ਅਸੀਂ ਲੋਕ ਟ੍ਰੀਟਮੈਂਟ ਕਰਨਾ ਜ਼ਰੂਰੀ ਹੁੰਦਾ ਹੈ, ਕਿਉਂਕਿ ਮੈਡੀਕਲ ਫੀਲਡ 'ਚ ਲਿਵਰ ਨੂੰ ਨਹੀਂ ਦੇਖਦੇ।
ਉਹ ਡਾਇਬੀਟੀਜ਼ ਕੇਸ 'ਚ ਜੀ। ਕਿਉਂਕਿ ਉਹ ਤੇ ਮੇਜਰ ਗੋਡਾਊਨ ਹੈਗਾ, ਸਟੋਰਿੰਗ ਪਲੇਸ ਹੈਗੀ, ਜਿੱਥੇ ਮੈਕਸਿਮਮ ਸ਼ੱਕਰ ਉਸ ਦੇ ਅੰਦਰ ਪਾਈ ਜਾਂਦੀ ਹੈ। ਤਾਂ ਸਰ ਅਗਲਾ ਸਵਾਲ ਮੇਰਾ ਇਹੋ ਹੀ ਹੋਵੇਗਾ ਕਿ ਮੈਡੀਕਲ ਸਾਇੰਸ 'ਚ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਸਾਇੰਟਿਸਟ ਹੋ, ਰਿਸਰਚਰ ਹੋ, ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੀ ਕਿ ਅਕਸਰ ਅਸੀਂ ਵੇਖਿਆ ਹੈ ਨਾ ਸਰ, ਟ੍ਰੀਟਮੈਂਟ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ। ਆਯੁਰਵੈਦਿਕ ਹੈ, ਹੋਮਿਓਪੈਥੀ 'ਚ ਟ੍ਰੀਟਮੈਂਟ ਹੈ। ਤਾਂ ਸਰ ਆਪ ਦੀ ਪੈਥੀ ਦੂਜਿਆਂ ਪੈਥੀਆਂ ਤੋਂ ਕਿਵੇਂ ਅਲੱਗ ਹੈ? ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਚੀਜ਼ਾਂ ਹੋਣ ਤੋਂ ਬਾਅਦ ਜੋ ਹੁੰਦੇ ਹੈ ਤੇ ਉਸਨੂੰ ਡਿਜ਼ੀਜ਼ ਦਾ ਨਾਂ ਲੈ ਕੇ ਟ੍ਰੀਟਮੈਂਟ ਕਰਦੇ ਨੇ। ਜੀ। ਅਸੀਂ ਤੇ ਕਹਿੰਦੇ ਆ ਉਹਨੂੰ ਹੋਣ ਹੀ ਨਾ ਦਿਓ। ਜੀ। ਸੈਲੂਲਰ ਲੈਵਲ ਤੇ ਉਹਨੂੰ ਡੈਮੇਜ ਕਿਉਂ ਹੋਣ ਦਿੰਦੇ ਹੋ? ਤੇ ਉਸ 'ਚ ਖਾਣ-ਪਾਣ ਦਾ ਬਹੁਤ ਵੱਡਾ ਮਹੱਤਵ ਹੈ, ਕਿਉਂਕਿ ਸਾਡੇ ਪਹਿਲੇ ਅੱਗੇ ਵੀਡੀਓ 'ਚ ਤੁਸੀਂ ਵੇਖਿਆ ਹੋਣਾ ਹੈ ਕਿ ਅਸੀਂ ਕਹਿ ਰਹੇ ਸੀ ਕਿ ਤੁਹਾਡੀ 100% ਜਿਹੜੀ ਚੀਜ਼ਾਂ ਨੇ ਉਹ ਤੁਹਾਡੇ ਕਿਚਨ ਦੀ ਗਲਤੀਆਂ ਨੇ। Diet ਦੀ। ਉੱਥੋਂ ਤੋਂ ਤੁਹਾਡੀ ਸਾਰੀ ਗਲਤੀਆਂ ਸ਼ੁਰੂ ਹੁੰਦੀਆਂ, ਕਿਉਂਕਿ ਜੋ ਫੂਡ ਅਸੀਂ ਭਾਰਤ 'ਚ ਲੈ ਰਹੇ ਹਾਂ, ਜੋ ਮੈਂ ਪਹਿਲਾਂ ਵੀ ਦੱਸਿਆ ਸੀ, ਜੀ। ਇਹ ਕਲਚਰ ਹੈ, ਇਮੋਸ਼ਨ ਹੈ, ਚੰਗਾ ਲੱਗਿਆ ਤਾਂ ਖਾ ਲਓ, ਟ੍ਰੈਡੀਸ਼ਨ ਹੈ, ਸਦੀਆਂ ਤੋਂ ਚੱਲਾ ਆ ਰਿਹਾ ਹੈ। ਲੇਕਿਨ ਸਾਡੀ ਬਾਡੀ ਯੂਨੀਵਰਸਲ ਹੈ, ਇਹ ਸਾਇੰਸ ਤੇ ਕੰਮ ਕਰਦੀ ਹੈ ਤੇ ਬਾਈ ਡਿਫਾਲਟ ਇਸ ਨੂੰ ਐਲਕਲਾਈਨ ਬਾਡੀ ਬੋਲਿਆ ਜਾਂਦਾ ਹੈ। ਇਸ ਦੇ ਅੰਦਰ ਜੋ ਬਾਡੀ ਦਾ ਬਲੱਡ ਪੀਐਚ ਹੈ, ਜਿਸ ਨੂੰ 7.4 ਮੰਨਿਆ ਜਾਂਦਾ ਹੈ, ਕਿਉਂਕਿ ਸਰੀਰ 'ਚ ਜਾਣ ਤੋਂ ਬਾਅਦ ਹਰ ਚੀਜ਼ ਦਾ ਅਬਜ਼ੌਰਪਸ਼ਨ ਹੁੰਦਾ ਹੈ, ਐਸਿਮੀਲੇਸ਼ਨ ਹੁੰਦਾ ਹੈ, ਇੰਟਰੈਕਸ਼ਨ ਹੁੰਦਾ ਹੈ ਅਤੇ ਐਕਸਕ੍ਰੀਸ਼ਨ ਹੁੰਦਾ ਹੈ, ਅਤੇ ਇਸ ਨੂੰ ਪੂਰਾ ਕੰਪਲੀਟ ਕਰਨ ਦੇ ਲਈ ਕੁਝ ਐਂਜ਼ਾਈਮਸ ਦੀ ਲੋੜ ਪੈਂਦੀ ਹੈ। ਐਂਜ਼ਾਈਮਸ ਜੋ ਹੁੰਦੇ ਨੇ ਇਹ ਟੈਂਪਰੇਚਰ ਤੇ ਪੀਐਚ ਸੈਂਸਿਟਿਵ ਹੁੰਦੇ ਨੇ। ਜੀ ਸਰ। ਤਾਂ ਸਾਡਾ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਸਰੀਰ 'ਚ 75,000 ਤੋਂ ਜ਼ਿਆਦਾ ਐਂਜ਼ਾਈਮਸ ਨੇ ਤੇ ਇਹ 7.4 ਪੀਐਚ ਤੇ ਕੰਮ ਕਰਦੇ ਨੇ। ਜੇਕਰ 90% ਜਿਵੇਂ ਅਸੀਂ ਫੂਡ ਬੋਲਿਆ, ਉਹ ਜਿਹੜਾ ਕਲਚਰਲ ਹੈ, ਇਮੋਸ਼ਨਲ ਹੈ, ਬਾਈ ਡਿਫਾਲਟ 90% ਜੋ ਹੈ ਐਸਿਡਸ ਨੇ। ਜੇਕਰ ਐਂਜ਼ਾਈਮਸ ਤੁਹਾਡੇ ਡੀਐਕਟੀਵੇਟ ਹੋਏ ਤੇ ਜਿਹੜੀ ਤੁਹਾਡੀ ਪ੍ਰਣਾਲੀ ਹੈ ਕੰਮ ਕਰਨ ਦੀ, ਉਹ ਡੀਐਕਟੀਵੇਟ ਹੋ ਜਾਂਦੀ ਹੈ, ਡੈਮੇਜ ਹੋ ਜਾਂਦੀ ਹੈ, ਤੇ ਉਹ ਆਪਣੇ ਆਪ ਹੀ ਓਰੀਜਨਸ ਹੈਗੇ ਜਿਹੜੇ ਐਸਿਡਿਕ ਮੀਡੀਆ 'ਚ ਉਹ ਸੈਲਸ ਡੈਮੇਜ ਹੋ ਜਾਂਦੇ ਨੇ, ਡੈਮੇਜ ਹੋਣਾ ਸ਼ੁਰੂ ਹੋ ਜਾਂਦੇ ਨੇ, ਜਿਹੜੇ ਫੰਕਸ਼ਨਸ ਹੈ ਉਹ ਅਬਨੋਰਮਲ ਹੋ ਜਾਂਦੇ ਨੇ ਤੇ ਅਸੀਂ ਉਹਨੂੰ ਡਿਜ਼ੀਜ਼ ਕਹਿੰਦੇ ਆ, ਡਿਜ਼ੀਜ਼ ਬੋਲਦੇ ਆ। ਤੇ ਤੁਹਾਨੂੰ ਇਹ ਬਿਮਾਰੀ ਹੋ ਗਈ ਹੈ, ਤੁਸੀਂ ਗੋਲੀਆਂ ਲੈ ਲਓ। ਜੀ। ਤੇ ਜਦ ਤੱਕ ਇਹਦੇ ਬੇਸ 'ਚ ਤੱਕ ਤੁਸੀਂ ਨਹੀਂ ਜਾਓਗੇ, ਤਦ ਤੱਕ ਤੁਸੀਂ ਨਹੀਂ ਸਮਝੋਗੇ। ਨਿਦਾਨ ਹੋਣਾ ਬੜੀ ਗੰਭੀਰ ਸਮੱਸਿਆ ਹੈਗੀ। ਸਰ ਮੈਂ ਸੁਣਿਆ ਕਿ ਆਪਨੇ ਕੋਈ ਕਿਤਾਬ ਵੀ ਲਿਖੀ ਹੈ, ਤਾਂ ਸਰ ਆਪ ਦੀ ਕਿਤਾਬ ਦੇ ਬਾਰੇ 'ਚ ਅਸੀਂ ਕੁਝ ਜਾਣਨਾ ਚਾਹੁੰਦੇ ਹਾਂ। ਦੇਖੋ, ਇਹ ਜਿਹੜੀ ਕਿਤਾਬ ਹੈ, ਇਸ ਦਾ ਨਾਂ ਹੈ ਨੋ ਡਾਇਬੀਟੀਜ਼ ਦੈਨ ਨੋ ਡਾਇਬੀਟੀਜ਼। ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ, ਜਾਂ ਨੋ ਡਾਇਬੀਟੀਜ਼ ਤਾਂ ਤੁਹਾਨੂੰ ਡਾਇਬੀਟੀਜ਼ ਹੈ ਹੀ ਨਹੀਂ। ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਡਾਇਬੀਟੀਜ਼ ਭਾਰਤ 'ਚ ਹੈ ਹੀ ਨਹੀਂ। ਭਾਰਤ ਪੂਰੀ ਤਰ੍ਹਾਂ ਨਾਲ ਮੁਕਤ ਹੋ ਸਕਦਾ ਹੈ, ਸਿਰਫ ਸਾਡਾ ਇੰਟਰਪ੍ਰੀਟੇਸ਼ਨ ਸਾਨੂੰ ਚੇਂਜ ਕਰਦਾ ਹੈ। ਜਦ ਮੈਂ ਬੋਲ ਰਿਹਾ ਕਿ ਤੁਹਾਡੀ ਬਾਡੀ ਦੇ ਅੰਦਰ ਇਨਸੂਲਿਨ ਬਣ ਰਹੀ ਹੈ, ਨਾਲ ਬੀਟਾ ਸੈੱਲ ਚੇਂਜ ਹੋ ਰਹੇ ਨੇ, ਤਾਂ ਸ਼ੂਗਰ ਸੈੱਲ ਕਿਉਂ ਨਹੀਂ ਕੰਟਰੋਲ ਹੋ ਰਹੇ? ਤਾਂ ਉਸ ਦੇ ਲਈ ਜੋ ਕਨਸੈਪਟ ਆਉਂਦਾ ਹੈ ਸੈਂਸਿਟਾਈਜ਼ਰਸ ਦਾ, ਉਸ ਨੂੰ ਇਸਤੇਮਾਲ ਕਰਕੇ ਤੁਹਾਡਾ ਜਿਹੜਾ ਡਾਈਟ ਮੋਡੀਫਿਕੇਸ਼ਨ ਹੁੰਦਾ ਹੈ, ਇਸ ਦੇ ਨਾਲ ਸਾਡੇ 100% ਪੇਸ਼ੈਂਟ ਚੇਂਜ ਹੋ ਰਹੇ ਨੇ। ਸਬਜੈਕਟ ਤੋਂ ਜੋ ਸਾਡਾ ਪ੍ਰੋਟੋਕੋਲ ਹੈ, ਜੋ ਅਸੀਂ ਇੱਕ ਨਵਾਂ ਪ੍ਰੋਟੋਕੋਲ ਲਿੱਤਾ ਹੈ, ਡਾਕਟਰ ਐਸ ਕੁਮਾਰ ਇਜ਼ ਅ ਰੈਜੀਮ ਆਫ ਡਾਇਬੀਟੀਜ਼ ਰਿਵਰਸਲ, ਉਹ 369 ਡੇਜ਼ ਦਾ ਹੈ। ਜੇਕਰ ਉਹ ਹਰ 15 ਦਿਨ ਸਾਡੇ ਕੋਲ ਆਉਂਦੇ ਨੇ ਜੀ। ਰਿਪੋਰਟ ਦੇ ਨਾਲ ਤੇ ਰੈਗੂਲਰ ਫੋਲੋਅਪ ਵੀ ਕਰਦੇ ਨੇ, ਤਾਂ 100% ਸਾਡੇ ਇੱਥੇ ਠੀਕ ਹੋ ਜਾਂਦੇ ਨੇ। ਜੋ ਲੋਕ ਵਿੱਚੋਂ ਛੱਡ ਦਿੰਦੇ ਨੇ ਤਾਂ ਉਹਨਾਂ ਲੋਕਾਂ ਦੇ ਲਈ ਮੈਨੂੰ ਕੋਈ ਗੱਲ ਨਹੀਂ ਕਰਨੀ, ਲੇਕਿਨ ਜੋ ਲੋਕ ਸਿੰਸੀਅਰ ਨੇ, ਰੈਗੂਲਰ ਨੇ ਤੇ ਇਸ ਚੀਜ਼ ਨੂੰ ਸਮਝਦੇ ਨੇ, ਉਹ ਸਾਰੇ ਪੇਸ਼ੈਂਟ ਸਾਡੇ ਇੱਥੇ ਠੀਕ ਹੋ ਰਹੇ ਨੇ। ਤਾਂ ਸਰ ਆਪ ਦਾ ਕਹਿਣਾ ਇਹ ਹੈ ਕਿ ਜੇਕਰ ਤੁਸੀਂ ਡਾਇਬੀਟੀਜ਼ ਨੂੰ ਜੜ ਤੋਂ ਖਤਮ ਕਰਨਾ ਹੈ ਤਾਂ ਜੋ ਕੋਰਸ ਹੈ ਉਹਨੂੰ ਕੰਟੀਨਿਊ ਕਰਨਾ ਪਵੇਗਾ। ਬਿਲਕੁਲ ਕਰਨਾ ਚਾਹੀਦਾ ਹੈ, ਬਿਕੋਜ਼ ਇਹੋ ਜਿਹਾ ਤਾਂ ਕਰੋਸੀਨ ਜਾਂ ਕੋਈ ਮਾਮਲਾ ਨਹੀਂ ਹੈ ਜਿਵੇਂ ਬੁਖਾਰ ਆਇਆ ਤੇ ਤੁਸੀਂ ਠੀਕ ਹੋ ਗਏ, ਇਹੋ ਜਿਹੀ ਕੋਈ ਗੱਲ ਨਹੀਂ। ਕਿਉਂਕਿ ਇਹ ਬਿਮਾਰੀ ਡਾਇਬੀਟੀਜ਼ ਕੋਈ ਬਿਮਾਰੀ ਨਹੀਂ ਹੈ ਅਤੇ ਡਾਇਬੀਟੀਜ਼ 100% ਠੀਕ ਹੋ ਜਾਂਦੀ ਹੈ। ਜੀ ਸਰ। ਸਰ ਸਾਡੇ ਕੋਲ ਜੋ ਵੀ तमाम ਸਵਾਲ ਅਸੀਂ ਤੁਹਾਡੇ ਕੋਲ ਲੈ ਕੇ ਆਏ ਸੀ, ਆਪਨੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ, ਉਸ ਲਈ ਆਪਦਾ ਬਹੁਤ-ਬਹੁਤ ਧੰਨਵਾਦ। ਆਪਨੇ ਆਪਣਾ ਕੀਮਤੀ ਵਕਤ ਧੰਨਵਾਦ। ਦਿੱਤਾ, ਉਸ ਲਈ ਵੀ ਤੁਹਾਡਾ ਬਹੁਤ ਧੰਨਵਾਦ ਸਰ। ਤਾਂ ਦਰਸ਼ਕੋ, ਵੇਖਿਆ ਆਪਨੇ ਅਤੇ ਸੁਣਿਆ ਆਪਨੇ ਡਾਕਟਰ ਐਸ ਕੁਮਾਰ ਨੇ ਕੀ ਕੁਝ ਕਿਹਾ, ਤੇ ਜੋ ਵੀ ਡਾਕਟਰ ਐਸ ਕੁਮਾਰ ਨੇ ਆਪ ਨੂੰ ਸੁਜੈਸਟ ਕੀਤਾ ਹੈ, ਜੋ ਟਿਪਸ ਉਹਨਾਂ ਨੇ ਦਿੱਤੇ ਹੈ, ਉਹਨੂੰ ਜ਼ਰੂਰ ਫੋਲੋ ਕਰੋ। ਅਤੇ ਅਗਰ ਆਪ ਨੂੰ ਡਾਊਟ ਹੈ ਕਿ ਆਪ ਨੂੰ ਡਾਇਬੀਟੀਜ਼ ਹੈ ਜਾਂ ਨਹੀਂ ਹੈ, ਤਾਂ ਕਿਰਪਾ ਕਰਕੇ ਸਹੀ ਜਗ੍ਹਾ ਤੇ ਸਹੀ ਵਕਤ ਤੇ ਜਾकर ਆਪਣਾ ਇੱਕ ਵਾਰ ਇਲਾਜ ਜ਼ਰੂਰ ਕਰਵਾਓ ਅਤੇ ਨਾਲ ਹੀ ਆਪਣਾ ਰਿਪੋਰਟ ਵੀ ਤਿਆਰ ਕਰੋ। ਉਸ ਤੋਂ ਬਾਅਦ ਡਾਕਟਰ ਐਸ ਕੁਮਾਰ ਨੂੰ ਜ਼ਰੂਰ ਇੱਕ ਵਾਰ ਮਿਲੋ। ਅੱਜ ਦੇ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। नेशनल खबर, सब पर नजर।